जागरे मन जागन हारे, बिन हर अवर न आवस कामा, झूठा मोह मिथ्या पसारे रहाओ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਤੂੰ ਸੁੱਤਾ ਹੋਇਆ ਹੈ, ਜਾਗ, ਜਾਗਣ ਹਾਰੇ ਤੂੰ ਜਾਗਣ ਵਾਲਾ ਹੀ ਹੈ। ਤੈਨੂੰ ਜਾਗਣਾ ਹੀ ਪਵੇਗਾ, ਕਿਉਂਕਿ ਸਰੀਰ ਤੇ ਜੜ ਹੈ, ਜਾਗਣਾ ਤੇ ਮਨ ਨਹੀਂ ਹੈ ਨਾ। ਜਾਗ ਰੇ ਮਨ ਜਾਗਣ ਹਾਰੇ, ਇਹ ਜਾਗਣ ਵਾਲੇ ਮਨਾ ਤੂੰ ਹੁਣ ਜਾਗ। ਬਿਨ ਹਰ ਅਵਰ ਨਾ ਆਵਸ ਕਾਮਾ, ਇਸ ਗੱਲ ਨੂੰ ਸਮਝ, ਬਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਹੋਰ ਕੋਈ ਚੀਜ਼, ਕੋਈ ਪਦਾਰਥ ਤੇਰੇ ਕੰਮ ਆਉਣ ਵਾਲਾ ਨਹੀਂ ਹੈ। ਝੂਠਾ ਮੋਹ ਮਿਥਿਆ ਪਸਾਰੇ, ਇਹ ਮਿਥਿਆ ਪਸਾਰੇ ਦਾ ਜਿੰਨਾ ਵੀ ਮੋਹ ਕਰ ਰਹੇ ਆ ਸਭ ਝੂਠਾ ਹੀ ਹੈ। ਇਹ ਤੇ ਸਭ ਕੁਝ ਇੱਥੇ ਛੱਡ ਕੇ ਜਾਣਾ ਪਏਗਾ। गुर की बाणी स्यों रंग लाए, गुर कृपाल होए दुख जाए। ਫਿਰ ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਦੱਸੋ ਮੈਂ ਹੋਰ ਕੀ ਕਰਾਂ। ਤਾਂ ਵਿਸਰਾਮ ਦੇ ਕੇ ਸਤਿਗੁਰੂ ਮਨ ਨੂੰ ਕਹਿੰਦੇ ਨੇ, ਗੁਰ ਕੀ ਬਾਣੀ ਸਿਉ ਰੰਗ ਲਾਏ, ਕਿ ਐ ਮਨਾ ਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਲਾ। ਭਾਵ ਹਰ ਵੇਲੇ ਪ੍ਰੇਮ ਦੇ ਨਾਲ ਬਾਣੀ ਪੜ੍ਹਿਆ ਕਰ। ਗੁਰ ਕਿਰਪਾਲ ਹੋਏ ਦੁੱਖ ਜਾਏ, ਜਦੋਂ ਗੁਰੂ ਤੇਰੇ ਤੇ ਕਿਰਪਾਲ ਹੋਣਗੇ, ਜਦੋਂ ਤੇਰੇ ਤੇ ਸਤਿਗੁਰੂ ਮਿਹਰਬਾਨ ਹੋਣਗੇ, ਤੇਰਾ ਸਾਰਾ ਦੁੱਖ ਚਲਿਆ ਜਾਵੇਗਾ। ਗੁਰ ਬਿਨ ਦੂਜਾ ਨਾਹੀ ਥਾਓ, ਗੁਰ ਦਾਤਾ ਗੁਰ ਦੇਵੈ ਨਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮਨਾ ਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਥਾਂ ਨਹੀਂ ਹੈ ਤੇਰੇ ਲਈ, ਇਸ ਲਈ ਗੁਰੂ ਦੀ ਸ਼ਰਨ ਵਿੱਚ ਰਹਿਣਾ। ਗੁਰ ਦਾਤਾ ਗੁਰ ਦੇਵੈ ਨਾਉ, ਤੇ ਗੁਰੂ ਹੀ ਦਾਤਾ ਹੈ ਤੇ ਗੁਰੂ ਹੀ ਪਾਈ ਨਾਮ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਭਾਵ ਗੁਰੂ ਹੋਰ ਵੀ ਸਭ ਕੁਝ ਦਿੰਦਾ ਹੈ, ਜਿਤੜੇ ਫਲ ਮਨ ਬਾਂਛੀਆ ਤਿਤੜੇ ਸਤਿਗੁਰ ਪਾਸ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਦਾਤਾ ਸਤਿਗੁਰੂ ਹੋਰ ਦਾਤਾਂ ਬਖਸ਼ਣ ਵਾਲਾ ਵੀ ਦਾਤਾ ਹੈ, ਪਰ ਨਾਲ ਉਹ ਗੁਰੂ ਨਾਮ ਵੀ ਦਿੰਦਾ ਹੈ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪੈਰ ਨਾਨਕ ਗੁਰ ਜਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਮਹਿਮਾ ਹੈ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਵੀ ਉਹ ਗੁਰੂ ਤੇ ਪਾਰ ਬ੍ਰਹਮ ਆਪ ਪਰਮੇਸ਼ਰ ਹੈ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਆਠ ਪਹਿਰ ਨਾਨਕ ਗੁਰ ਜਾਪ। ਹਜ਼ੂਰ ਕਹਿੰਦੇ ਨੇ, ਮਨਾ ਤੂੰ ਅੱਠੇ ਪੈਰ ਗੁਰੂ ਦਾ ਜਾਪ ਜਪਿਆ ਕਰ। ਧੰਨ ਗੁਰੂ ਅਥਵਾ ਗੁਰੂ ਦਾ ਬਖਸ਼ਿਆ ਨਾਮ ਵਾਹਿਗੁਰੂ 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 ਹਰ ਵੇਲੇ ਜਪਿਆ ਕਰ। ਆਸਾ ਮਹੱਲਾ ਪੰਜਵਾਂ। ਆਪੇ ਪੇੜ ਵਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ। ਲਓ ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜੋ ਉਹਨਾਂ ਦਾ ਆਪਣਾ ਅਨੁਭਵ ਹੈ, ਉਹਦਾ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਹਨ। ਜਦ ਕਦ ਪੇਖੋਂ ਏਕੈ ਉਹੀ, ਘਟ ਘਟ ਅੰਤਰ ਆਪੇ ਸੋਈ। ਰਹਾਓ, ਇਹ ਹੈ ਸਿਧਾਂਤ ਸ਼ਬਦ ਦਾ। ਹਜ਼ੂਰ ਕਹਿੰਦੇ ਨੇ, ਜਦ ਕਦ ਪੇਖੋ, ਮੈਂ ਜਿੱਥੇ ਕਿੱਥੇ ਵੀ ਦੇਖਦਾ ਹਾਂ ਉੱਥੇ ਹੀ ਇੱਕ ਪ੍ਰਮਾਤਮਾ ਦੇ ਦੀਦਾਰ ਹੋ ਰਹੇ ਨੇ। ਘਟ ਘਟ ਅੰਤਰ ਆਪੇ ਸੋਈ, ਕਿਉਂਕਿ ਉਹ ਪ੍ਰਮਾਤਮਾ ਸਭ ਘਟਾਂ ਘਟਾਂ ਦੇ ਅੰਦਰ, ਹਰ ਜੀਵ ਤੇ ਹਰ ਸਰੀਰ ਦੇ ਅੰਦਰ ਉਹ ਆਪ ਵਸ ਰਿਹਾ ਹੈ। ਇਸੇ ਲਈ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਰਹੇ ਨੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਿਆਪਕਤਾ ਦੇ ਬਾਰੇ ਸਮਝਾਉਣ ਲੱਗੇ ਨੇ। ਸੰਗਤਾਂ ਪ੍ਰੇਮ ਨਾਲ ਸੁਣੋ। ਆਪੇ ਪੇੜ ਵਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ। ਲੋ ਹਜ਼ੂਰ ਕਹਿੰਦੇ ਨੇ, ਉਹ ਵਾਹਿਗੁਰੂ ਆਪ ਹੀ ਪੇੜ, ਇੱਕ ਬਿਰਸ਼ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਦਰਖਤ ਹੈ, ਵਿਸਥਾਰੀ ਸਾਖ। ਤੇ ਆ ਜਿਤਨੀ ਵੀ ਸਾਰੀ ਸ੍ਰਿਸ਼ਟੀ ਹੈ ਨਾ, ਇਹ ਮਾਨੋ ਉਸ ਦੀਆਂ ਟਾਹਣੀਆਂ ਨੇ, ਜਿਵੇਂ ਬਿਰਸ਼ ਨੂੰ ਟਾਹਣੀਆਂ ਲੱਗੀਆਂ ਹੁੰਦੀਆਂ ਨਾ, ਤੇ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਪੇੜ ਇੱਕ ਬਿਰਸ਼ ਹੈ। ਤੇ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ, ਇਹ ਮਾਨੋ ਉਸ ਨੂੰ ਇਹ ਸ਼ਾਖਾਂ ਲੱਗੀਆਂ ਹੋਈਆਂ ਨੇ। ਜਿੰਨੇ ਜੀਵ ਨੇ ਪੱਤਰਿਆਂ ਵਾਂਗ ਨੇ। ਬ੍ਰਹਮ ਪਾਤੀ ਬਿਸ਼ਨਦਾਰੀ ਫੂਲ ਸ਼ੰਕਰ ਦੇ ਉਹ ਵੀ ਲਿਖਿਆ ਹੋਇਆ। ਉਹ ਆਪ ਅਕਾਲ ਪੁਰਖ ਵਾਹਿਗੁਰੂ ਅਥਵਾ ਆਪ ਆਪੇ ਪੇੜ, ਉਹ ਵਾਹਿਗੁਰੂ ਆਪ ਹੀ। ਪੇੜ ਦਾ ਅਰਥ ਮੁੱਢ ਹੈ, ਮੂਲ ਰੂਪ ਹੈ। ਉਹ ਵਾਹਿਗੁਰੂ ਆਪ ਮੂਲ ਰੂਪ ਹੈ। ਤੇ ਬ੍ਰਹਮ ਪਾਤੀ ਬਿਸ਼ਨਦਾਰੀ ਫੂਲ ਸ਼ੰਕਰ ਦਿਓ, ਆ ਜਿੰਨੇ ਦੇਵੀ ਦੇਵਤੇ ਨੇ ਸਭ ਉਸ ਦੀਆਂ ਟਾਹਣੀਆਂ ਨੇ। ਇਹਦਾ ਮਤਲਬ ਇਹ ਹੈ, ਉਹ ਵਾਹਿਗੁਰੂ ਕਾਰਨ ਸਰੂਪ ਹੈ
ਤੇ ਜਿਤਨੀ ਹੋਰ ਸ੍ਰਿਸ਼ਟੀ ਹੈ, ਚਾਹੇ ਦੇਵੀ ਦੇਵਤੇ ਨੇ, ਚਾਹੇ ਹੋਰ ਜੀਵ ਜੰਤ ਨੇ, ਚਾਹੇ ਮਨੁੱਖ ਸ੍ਰਿਸ਼ਟੀ ਹੈ, ਇਹ ਮਾਨੋ ਉਸੇ ਹੀ ਬਿਰਛ ਦੀਆਂ ਟਾਹਣੀਆਂ ਹਨ, ਆਪਣੀ ਖੇਤੀ ਆਪੇ ਰੱਖ। ਲਓ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਜ਼ਿਮੀਂਦਾਰ ਹੈ। ਇਹ ਸੰਸਾਰ ਉਹਦੀ ਆਪਣੀ ਖੇਤੀ ਹੈ, ਤੇ ਜਿਵੇਂ ਆਪਣੀ ਖੇਤੀ ਦੀ ਜ਼ਿਮੀਂਦਾਰ ਆਪ ਸੰਭਾਲ ਕਰਦਾ ਹੈ, ਉਹਦੀ ਹਿਫਾਜ਼ਤ ਕਰਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜਿੰਨੀ ਵੀ ਸ੍ਰਿਸ਼ਟੀ ਹੈ, ਜੀਵ ਸ੍ਰਿਸ਼ਟੀ ਹੈ, ਔਰ ਇਹ ਉਸ ਵਾਹਿਗੁਰੂ ਦੀ ਆਪਣੀ ਖੇਤੀ, ਉਹਦੀ ਉਹ ਆਪ ਰੱਖਿਆ ਕਰਦਾ ਹੈ। ਜਤ ਗਤ ਪੇਖੋ ਏਕੈ ਉਹੀ, ਘਟ ਘਟ ਅੰਤਰ ਆਪੇ ਸੋਈ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਤੇ ਜਿੱਥੇ ਕਿੱਥੇ ਵੀ ਦੇਖਦਾ ਹਾਂ ਤੇ ਮੈਂ ਤੇ ਉਹੀ ਇੱਕ ਪਰਮਾਤਮਾ ਨੂੰ ਵੇਖਦਾ ਹਾਂ। ਘਟ ਘਟ ਅੰਤਰ ਆਪੇ ਸੋਈ, ਕਿਉਂਕਿ ਉਹ ਪਰਮਾਤਮਾ ਸਭ ਘਟਾਂ ਘਟਾਂ ਦੇ ਅੰਦਰ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਉਹੀ ਵਸ ਰਿਹਾ ਹੈ। ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਉਹ ਵਾਹਿਗੁਰੂ ਆਪ ਸੂਰ ਦਾ ਅਰਥ ਹੈ ਸੂਰਜ ਵਾਂਗ ਹੈ। ਨਮੋ ਸੂਰਜ ਸੂਰਜੇ ਕਲਗੀਧਰ ਪਾਤਸ਼ਾਹ ਨੇ ਵਾਹਿਗੁਰੂ ਨੂੰ ਸੂਰਜਾਂ ਦਾ ਵੀ ਸੂਰਜ ਲਿਖਿਆ, ਸੂਰਜਾਂ ਦਾ ਵੀ ਪ੍ਰਕਾਸ਼ਕ ਹੈ। ਆਪੇ ਸੂਰ, ਉਹ ਵਾਹਿਗੁਰੂ ਆਪ ਸੂਰਜ ਹੈ। ਤੇ ਕਿਰਨ ਵਿਸਥਾਰ, ਤੇ ਆ ਜਿੰਨੀ ਸ੍ਰਿਸ਼ਟੀ ਹੈ ਸਾਰੀ ਜਿਵੇਂ ਸੂਰਜ ਆਪਣੀਆਂ ਕਿਰਨਾਂ ਦਾ ਫੈਲਾਓ ਕਰਦਾ ਹੈ, ਤੇ ਸਾਰੇ ਸੰਸਾਰ ਦੇ ਵਿੱਚ ਉਹਦੀਆਂ ਕਿਰਨਾਂ ਬਿਖਰ ਜਾਂਦੀਆਂ ਨੇ ਤੇ ਪ੍ਰਕਾਸ਼ ਕਰਦੀਆਂ ਨੇ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸੂਰਜ ਵਾਂਗ ਹੈ। ਤੇ ਜਿੰਨੀ ਵੀ ਸਾਰੀ ਸ੍ਰਿਸ਼ਟੀ ਹੈ ਮਾਨੋ ਉਸਦੀਆਂ ਇੱਕ ਕਿਰਨਾਂ ਦਾ ਵਿਸਤਾਰ ਹੈ। ਸੋਈ ਗੁਪਤ ਸੋਈ ਆਕਾਰ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਪਤ ਹੈ, ਭਾਵ ਨਿਰਗੁਣ ਸਰੂਪ ਹੈ। ਤੇ ਸੋਈ ਆਕਾਰ ਉਹੀ ਵਾਹਿਗੁਰੂ ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਨ ਵਾਲਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਚਾਹੇ ਨਿਰਾਕਾਰ ਸਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ, ਤੇ ਜਦੋਂ ਮਰਜੀ ਉਹ ਆਪਣਾ ਕੋਈ ਨਾ ਕੋਈ ਸਰਗੁਣ ਸਰੂਪ ਵੀ ਧਾਰਨ ਕਰ ਸਕਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਨਿਰਗੁਣ ਤੇ ਸਰਗੁਣ ਥੀਆ। ਉਹ ਵਾਹਿਗੁਰੂ ਦਾ ਜਿਹੜਾ ਨਿਰਗੁਣ ਸਰੂਪ ਗੁਪਤ ਹੈ, ਤੇ ਜਿਹੜਾ ਸਰਗੁਣ ਸਰੂਪ ਉਸਦਾ ਸਭ ਥਾਵਾਂ ਤੇ ਪ੍ਰਤੱਖ ਦਿਖਾਈ ਦਿੰਦਾ ਹੈ। ਸਰਗੁਣ ਨਿਰਗੁਣ ਥਾਪੈ ਨਾਉ, ਦੋਹੇ ਮਿਲ ਏਕੈ ਕੀਨੋ ਠਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਰਗੁਣ ਤੇ ਨਿਰਗੁਣ ਇਹ ਉਸਦੇ ਦੋ ਨਾਮ ਉਸਨੇ ਆਪ ਹੀ ਥਾਪੇ ਹੋਏ ਨੇ, ਭਾਵ ਉਸ ਵਾਹਿਗੁਰੂ ਦੇ ਦੋ ਸਰੂਪ ਨੇ, ਇੱਕ ਸਰਗੁਣ ਹੈ, ਦੂਸਰਾ ਨਿਰਗੁਣ ਹੈ। ਸਰਗੁਣ ਉਸ ਨੂੰ ਕਹਿੰਦੇ ਨੇ ਜੋ ਮਾਇਆ ਸਬਲ ਰੂਪ ਹੈ। ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜੋ ਉਸਨੇ ਪਾਵਨ ਸਰੂਪ ਧਾਰਨ ਕੀਤੇ ਨੇ, ਉਹ ਉਸਦਾ ਸਰਗੁਣ ਸਰੂਪ ਹੈ, ਤੇ ਜਿਹੜਾ ਉਸਦਾ ਵਾਸਤਵ ਸਰੂਪ ਹੈ ਉਹ ਨਿਰਗੁਣ ਹੈ। ਦੋਹ ਮਿਲ ਏਕਾ ਕੀਨੋ ਠਾਓ। ਪਰ ਹਜ਼ੂਰ ਕਹਿੰਦੇ ਨੇ ਅਸੀਂ ਤੇ ਦੋਹਾਂ ਨੂੰ ਮਿਲ ਕੇ ਉਹਨਾਂ ਨੂੰ ਇੱਕੋ ਹੀ ਥਾਂ ਤੇ ਇਕੱਠਾ ਕੀਤਾ ਹੋਇਆ, ਭਾਵ ਅਸੀਂ ਨਿਰਗੁਣ ਤੇ ਸਰਗੁਣ ਨੂੰ ਵੱਖੋ ਵੱਖ ਨਹੀਂ ਸਮਝਦੇ, ਅਸੀਂ ਦੋਹਾਂ ਨੂੰ ਇੱਕ ਰੂਪ ਹੀ ਨਿਸ਼ਚੈ ਕੀਤਾ ਹੋਇਆ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਨ ਸਗਲੀ ਮੋਹੀ। ਜਿਵੇਂ ਇੱਕ ਪਾਣੀ ਦਾ ਪ੍ਰਤੱਖ ਰੂਪ ਹੈ ਤੇ ਦੂਸਰਾ ਪਾਣੀ ਦਾ ਸੂਖਮ ਰੂਪ ਵੀ ਹੈ, ਕਿਉਂਕਿ ਸਾਇੰਸਦਾਨ ਇਹ ਗੱਲ ਕਹਿੰਦੇ ਨੇ ਵੀ ਦੋ ਗੈਸਾਂ ਮਿਲ ਕੇ ਫਿਰ ਉਹ ਪਾਣੀ ਬਣਦਾ, ਜੋ ਦੋ ਗੈਸਾਂ ਵੱਖ ਹੋ ਜਾਣ ਤੇ ਫਿਰ ਉਹ ਪਾਣੀ ਨਿਰਾਕਾਰ ਸਰੂਪ ਹੋ ਜਾਂਦਾ ਹੈ, ਤੇ ਜਦੋਂ ਇਕੱਠੀਆਂ ਹੁੰਦੀਆਂ ਨੇ ਫਿਰ ਉਹ ਪਾਣੀ ਦਾ ਸਰਗੁਣ ਸਰੂਪ ਬਣ ਜਾਂਦਾ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਨਿਰਗੁਣ ਤੇ ਸਰਗੁਣ ਦੋ ਵਾਹਿਗੁਰੂ ਦੇ ਨਾਮ ਨਿਯਤ ਕੀਤੇ ਹੋਏ ਨੇ, ਇਹ ਕਹਿਣ ਮਾਤਰੀ ਨੇ। ਵਾਸਤਵ ਦੇ ਵਿੱਚ ਹਜ਼ੂਰ ਕਹਿੰਦੇ ਦੋਹ ਮਿਲ ਏਕਾ ਕੀਨੋ ਠਾਓ, ਉਹਨਾਂ ਦੋਹਾਂ ਨੇ ਮਿਲ ਕੇ ਇੱਕੋ ਹੀ ਥਾਂ ਆਪਣਾ ਟਿਕਾਣਾ ਕੀਤਾ ਹੈ, ਭਾਵ ਵਾਸਤਵ ਦੇ ਵਿੱਚ ਨਿਰਗੁਣ ਤੇ ਸਰਗੁਣ ਵੱਖੋ ਵੱਖ ਨਹੀਂ, ਦੋਨੋਂ ਹੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਕਹੋ ਨਾਨਕ ਗੁਰ ਭਰਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਭਰਮ ਤੇ ਪੈ ਗੁਰੂ ਨੇ ਖੋਇਆ, ਨਾਸ਼ ਕਰ ਦਿੱਤਾ ਹੈ, ਆਨੰਦ ਰੂਪ ਸਭ ਨੈਣ ਅਲੋਇਆ। ਅਸੀਂ ਤੇ ਆਪਣੇ ਨੇਤਰਾਂ ਨਾਲ ਤੇ ਉਸ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਥਾਵਾਂ ਤੇ ਅਲੋਇਆ ਦਾ ਅਰਥ ਹੁੰਦਾ ਵੇਖ ਲਿਆ ਹੈ। ਅਲੋਇਆ ਅਵਲੋਕਨ ਇਹ ਦੇਖਣ ਦੇ ਵਾਚਕ ਨੇ। ਅਸੀਂ ਉਸ ਆਨੰਦ ਸਰੂਪ ਵਾਹਿਗੁਰੂ ਨੂੰ ਸਭ ਥਾਵਾਂ ਤੇ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ। ਆਸਾ ਮਹੱਲਾ ਪੰਜਵਾਂ।
ਉਕਤ ਸਿਆਣਪ ਕਿਛੂ ਨਾ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀਆਂ ਭੁੱਲਾਂ ਗਲਤੀਆਂ ਨੂੰ ਬਖਸ਼ਾਉਣ ਦੇ ਲਈ ਕਿਵੇਂ ਅਰਦਾਸ ਬੇਨਤੀ ਕਰਨੀ ਹੈ, ਉਹ ਬੜੇ ਸੋਹਣੇ ਢੰਗ ਦੇ ਨਾਲ ਪੂਰਨੇ ਪਾ ਕੇ ਸਾਨੂੰ ਸਮਝਾ ਰਹੇ ਹਨ। ਮੈਂ ਨਿਰਗੁਣ ਗੁਣ ਨਾਹੀ ਕੋਈ, ਕਰਨ ਕਰਾਵਨ ਹਾਰ ਪ੍ਰਭ ਸੋਏ। ਰਹਾਉ, ਹੈ ਵਾਹਿਗੁਰੂ ਮੈਂ ਤੇ ਨਿਰਗੁਣਿਆਰਾ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਕਰਨ ਕਾਰਾਵਨ ਹਾਰ ਪ੍ਰਭ ਸੋਏ। ਤੇ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਮਾਨ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਵੀ ਉਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹਦੇ ਚਰਨਾਂ ਵਿੱਚ ਇਉਂ ਅਰਦਾਸ ਬੇਨਤੀ ਕਰਨੀ ਹੈ। ਉਕਤ ਸਿਆਣਪ ਕਿਛੂ ਨ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਉਕਤ ਦਾ ਅਰਥ ਵੀ ਉਕਤੀ ਯੁਕਤੀ ਤੇ ਸਿਆਣ ਬੁੱਧੀ ਦੀ ਸਿਆਣਪ ਚਤਰਾਈ ਮੈਂ ਕੁਛ ਵੀ ਨਹੀਂ ਜਾਣਦਾ। ਨਾ ਮੈਨੂੰ ਉਕਤੀ ਯੁਕਤੀ ਕੋਈ ਦਲੀਲ ਆਉਂਦੀ ਹੈ, ਨਾ ਹੀ ਕੋਈ ਹੋਰ ਮੈਨੂੰ ਚਤਰਾਈ ਵਾਲੀ ਗੱਲ ਆਉਂਦੀ ਹੈ। ਬਸ ਮੈਂ ਤੇ ਇੱਕੋ ਹੀ ਕੰਮ ਕਰਦਾ ਹਾਂ, ਉਹ ਕੀ ਦਿਨ ਰਹਿਣ ਤੇਰਾ ਨਾਮ ਵਖਾਨਾ। ਮੈਂ ਤੇ ਦਿਨ ਰਾਤ ਤੇਰੇ ਨਾਮ ਨੂੰ ਹੀ ਉਚਾਰਨ ਕਰ ਰਿਹਾ ਹਾਂ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜੀ ਵਿਦਿਆ ਹੈ, ਗਿਆਨ ਹੈ, ਇਹ ਮਨੁੱਖ ਨੂੰ ਸਿਆਣਾ ਤੇ ਬਣਾ ਦਿੰਦੀ ਹੈ, ਚਤਰ ਬਣਾ ਦਿੰਦੀ ਹੈ। ਪੜ੍ਹਿਆ ਲਿਖਿਆ ਆਦਮੀ ਗੱਲ ਸਲੀਕੇ ਨਾਲ ਕਰਦਾ ਹੈ, ਪਰ ਹਜ਼ੂਰ ਕਹਿੰਦੇ ਨੇ ਜਿਹੜੀ ਵਿਦਿਆ ਹੈ ਕਲਿਆਣ ਨਹੀਂ ਕਰਦੀ। ਇਹ ਸਿਰਫ ਮਨੁੱਖ ਨੂੰ ਗਿਆਨ ਦਿੰਦੀ ਹੈ, ਪਰ ਕਲਿਆਣ ਨਾਮ ਨੇ ਕਰਨੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਵੇਂ ਮੈਂ ਕੋਈ ਉਕਤੀ ਜੁਗਤੀ ਸਿਆਣਪ ਨਹੀਂ ਜਾਣਦਾ, ਪਰ ਮੈਂ ਦਿਨ ਰਾਤ ਤੇਰਾ ਨਾਮ ਜਪ ਰਿਹਾ ਹਾਂ, ਕਿਉਂਕਿ ਮੈਨੂੰ ਪਤਾ ਕਲਿਆਣ ਤਾਂ ਨਾਮ ਨੇ ਹੀ ਕਰਨੀ ਹੈ। ਮੈਂ ਨਿਰਗੁਣ ਗੁਣ ਨਾਹੀ ਕੋਏ, ਕਰਨ ਕਰਾਵਨ ਹਾਰ ਪ੍ਰਭ ਸੋਏ। ਰਹਾਉ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਤੇ ਨਿਰਗੁਣਿਆਰਾ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ। ਕਰਨ ਕਰਾਵਨ ਹਾਰ ਪ੍ਰਭ ਸੋਏ। ਉਹ ਵਾਹਿਗੁਰੂ ਸਰਵ ਸ਼ਕਤੀਮਾਨ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਹੈ। ਮੂਰਖ ਮੁਗਧ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਧਾਰੀ। ਰਹਾਉ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਮੂਰਖ ਹਾਂ, ਮਨ ਕਰਕੇ ਵੀ ਮੂਰਖ ਹਾਂ ਤੇ ਮੁਗਧ ਬਾਣੀ ਕਰਕੇ ਵੀ ਮੂਰਖ ਹਾਂ ਤੇ ਤਨ ਕਰਕੇ ਵੀ ਅਗਿਆਨੀ ਹਾਂ ਤੇ ਅਵਿਚਾਰੀ, ਤੇ ਮੈਂ ਵਿਚਾਰ ਤੋਂ ਵੀ ਸਖਣਾ ਹਾਂ। ਕਈ ਆਦਮੀ ਕਹਿੰਦੇ ਵੀ ਤੂੰ ਥੋੜੀ ਸੋਚ ਵਿਚਾਰ ਕਰ ਲੈ, ਭਾਵ ਜਿਹੜੀ ਉਹ ਸੋਚ ਸ਼ਕਤੀ ਉਹ ਵੀ ਮੇਰੇ ਅੰਦਰ ਨਹੀਂ ਹੈ। ਮੈਂ ਮਨ ਕਰਕੇ ਵੀ ਮੂਰਖ ਹਾਂ, ਬਾਣੀ ਕਰਕੇ ਵੀ ਬੇਸਮਝ ਹਾਂ, ਤੇ ਮੈਂ ਤਨ ਕਰਕੇ ਵੀ ਅਗਿਆਨੀ ਹਾਂ ਤੇ ਅਵਿਚਾਰੀ, ਤੇ ਮੈਂ ਹਰ ਤਰ੍ਹਾਂ ਦੀ ਬੁੱਧੀ ਦੀ ਵਿਚਾਰ ਤੋਂ ਵੀ ਸਖਣਾ ਹਾਂ। ਨਾਮ ਤੇਰੇ ਕੀ ਆਸ ਮਨ ਧਾਰੀ, ਪਰ ਮਹਾਰਾਜ ਮੈਂ ਤੇ ਇੱਕ ਤੇਰੇ ਨਾਮ ਦੀ ਹੀ ਆਸ ਉਮੀਦ ਮਨ ਵਿੱਚ ਧਾਰਨ ਕੀਤੀ ਹੈ। ਭਾਵੇਂ ਮੈਂ ਮੂਰਖ ਹਾਂ, ਬੇਸਮਝ ਹਾਂ, ਪਰ ਤੇਰੇ ਨਾਮ ਦੀ ਓਟ ਮੈਂ ਧਾਰਨ ਕੀਤੀ ਹੋਈ ਹੈ। ਇੱਕ ਗੱਲ ਯਾਦ ਰੱਖੋ, ਜਿਹਦੇ ਕੋਲੇ ਨਾਮ ਹੈ ਤੇ ਉਸ ਨਾਮ ਨੇ ਉਹਦੀ ਕਲਿਆਣ ਕਰ ਦੇਣੀ ਹੈ। ਜਿਹੜੀਆਂ ਹੋਰ ਗੱਲਾਂ ਨੇ ਨਾ, ਕੋਈ ਸ਼ਾਸਤਰੀ ਗਿਆਨ ਹੈ, ਕਿਤਾਬੀ ਗਿਆਨ ਹੈ, ਸੰਸਾਰਕ ਖੂਬੀਆਂ ਨੇ, ਉਹ ਅੱਗੇ ਕਿਸੇ ਕੰਮ ਨਹੀਂ ਆਉਣ ਵਾਲੀਆਂ। ਇੱਕ ਉਹ ਛੋਟੀ ਜਿਹੀ ਉਦਾਹਰਣ ਚੇਤੇ ਆ ਗਈ। ਕਹਿੰਦੇ ਨੇ ਇਹ ਕੋਈ ਪੰਡਤ ਸੀ, ਬੜਾ ਪੜ੍ਹਿਆ ਲਿਖਿਆ ਸੀ, ਕਈ ਭਾਸ਼ਾ ਦਾ ਜਾਣੂ ਸੀ, ਔਰ ਉਹ ਬੇੜੀ ਤੇ ਸਵਾਰ ਹੋਇਆ ਤੇ ਮਲਾਹ ਨੂੰ ਕਹਿਣ ਲੱਗਾ, ਤੂੰ ਮੈਨੂੰ ਇਸ ਬੇੜੀ ਤੋਂ, ਤੂੰ ਮੈਨੂੰ ਇਸ ਦਰਿਆ ਤੋਂ ਪਾਰ ਕਰ। ਉਹ ਕਹਿਣ ਲੱਗਾ, ਠੀਕ ਹੈ, ਮੈਂ ਤੈਨੂੰ ਪਾਰ ਕਰ ਦੇਵਾਂਗਾ, ਪਰ ਇੰਨੇ ਕੁ ਪੈਸੇ ਲੱਗਣਗੇ। ਉਹ ਪੰਡਤ ਕਹਿਣ ਲੱਗਾ, ਕੋਈ ਗੱਲ ਨਹੀਂ, ਮੈਂ ਤੈਨੂੰ ਕਿਰਾਇਆ ਦੇਵਾਂਗਾ ਤੇ ਤੂੰ ਮੈਨੂੰ ਦਰਿਆ ਤੋਂ ਪਾਰ ਕਰ। ਉਹ ਕਹਿੰਦਾ, ਚਲੋ ਠੀਕ ਹੈ। 7 ਵਚਨ ਉਸ ਮਲਾਹ ਨੇ ਪੰਡਤ ਨੂੰ ਬੇੜੀ ਤੇ ਚੜਾਇਆ, ਤੇ ਜਦੋਂ ਬੇੜੀ ਦਰਿਆ ਦੇ ਵਿੱਚ ਜਾਣ ਲੱਗੀ ਤੇ ਪੰਡਤ ਨੇ ਆਪਣੀਆਂ ਗੱਲਾਂ ਸ਼ੁਰੂ ਕੀਤੀਆਂ। ਮਲਾਹ ਨੂੰ ਪੁੱਛਣ ਲੱਗਿਆ, ਉਹ ਭਲਿਆ ਲੋਕਾ, ਕਹਿੰਦਾ ਤੂੰ ਸੰਸਕ੍ਰਿਤ ਪੜ੍ਹਿਆ? ਉਹ ਕਹਿੰਦਾ, ਨਹੀਂ ਮਹਾਰਾਜ, ਸਾਡਾ ਤੇ ਖਾਨਦਾਨੀ ਕਿੱਤਾ ਹੈ,
ਬੇੜੀ ਚਲਾਉਣ ਦਾ, ਸਾਨੂੰ ਪੜ੍ਹਨ ਦਾ ਕਿੱਥੇ ਮੌਕਾ ਮਿਲਿਆ, ਇਸ ਲਈ ਮੈਂ ਨਹੀਂ ਕੁਛ ਵੀ ਜਾਣਦਾ ਸੰਸਕ੍ਰਿਤ ਕਿਸ ਭਾਸ਼ਾ ਨੂੰ ਕਹਿੰਦੇ ਨੇ। ਤੇ ਫਿਰ ਨੰਬਰ 2 ਤੇ ਪੰਡਤ ਕਹਿਣ ਲੱਗਾ, ਤੇਰੀ 4 ਆਨੇ ਜ਼ਿੰਦਗੀ ਬੇਕਾਰ ਚਲੇਗੀ ਜੇ ਤੂੰ ਸੰਸਕ੍ਰਿਤ ਨਹੀਂ ਪੜ੍ਹਨੀ ਸਿੱਖਿਆ। ਚਲੋ ਮਲਾਹ ਚੁੱਪ ਕਰ ਗਿਆ। ਫਿਰ ਉਹਨੂੰ ਪੁੱਛਣ ਲੱਗਿਆ, ਅੱਛਾ ਤੂੰ ਇਹ ਦੱਸ ਹਿੰਦੀ ਭਾਸ਼ਾ ਜਾਣਦਾ? ਉਹ ਕਹਿੰਦਾ, ਮੈਂ ਤੇ ਹਿੰਦੀ ਭਾਸ਼ਾ ਵੀ ਨਹੀਂ ਜਾਣਦਾ। ਉਹ ਕਹਿੰਦਾ, ਤੇਰੀ 8 ਆਨੇ ਜ਼ਿੰਦਗੀ ਬੇਕਾਰ ਚਲੇਗੀ। ਮਲਾਹ ਚੁੱਪ ਕਰ ਗਿਆ। ਤੀਸਰੀ ਵਾਰੀ ਉਹਨੂੰ ਪੁੱਛਣ ਲੱਗਿਆ, ਤੂੰ ਬਿਰਜ ਭਾਸ਼ਾ ਜਾਣਦਾ? ਕੋਈ ਸੰਸਕ੍ਰਿਤ ਤੇ ਹਿੰਦੀ ਤੋਂ ਇਲਾਵਾ ਕੋਈ ਬਿਰਜ ਭਾਸ਼ਾ, ਕੋਈ ਬੰਗਲਾ ਭਾਸ਼ਾ, ਕੋਈ ਹੋਰ ਭਾਸ਼ਾ ਜਾਣਦਾ? ਕਹਿੰਦਾ, ਮੈਂ ਤੇ ਕੋਈ ਭਾਸ਼ਾ ਨਹੀਂ ਜਾਣਦਾ, ਸਿਰਫ ਇੱਕ ਮਾਂ ਬੋਲੀ ਜਾਣਦਾ ਹਾਂ। ਉਹ ਕਹਿੰਦਾ, ਤੇਰੀ 12 ਆਨੇ ਜ਼ਿੰਦਗੀ ਬੇਕਾਰ ਚਲੀ ਗਈ। ਤੇ ਜਦੋਂ ਇੰਨੀ ਕੁ ਗੱਲ ਹੋਈ ਤਾਂ ਦੱਸਦੇ ਨੇ ਕੁਦਰਤੀ ਉਸੇ ਦਰਿਆ ਦੇ ਵਿੱਚ ਹੜ੍ਹ ਆ ਗਿਆ। ਪਿੱਛੇ ਜ਼ੋਰਦਾਰ ਮੀਂਹ ਪਿਆ ਤੇ ਇੱਕਦਮ ਪਾਣੀ ਦਾ ਵਹਾਅ ਤੇਜ਼ ਹੋਇਆ। ਤੇ ਉਹ ਜਿਹੜਾ ਮਲਾਹ ਸੀ ਘਬਰਾਇਆ ਹੋਇਆ ਪੰਡਤ ਨੂੰ ਕਹਿਣ ਲੱਗਾ, ਪੰਡਤ ਜੀ ਤੁਸੀਂ ਤਰਨਾ ਜਾਣਦੇ ਹੋ? ਅਚਾਨਕ ਉਹਨੇ ਗੱਲ ਕਹੀ ਤੇ ਪੰਡਤ ਕਹਿਣ ਲੱਗਾ, ਕਹਿੰਦਾ ਮੈਂ ਤੇ ਤਰਨਾ ਜਾਣਦਾ ਨਹੀਂ, ਮੈਂ ਤੇ ਸਿੱਖਿਆ ਨਹੀਂ ਕਿਸੇ ਕੋਲੋਂ। ਕਹਿੰਦੇ ਬਸ ਫਿਰ ਤੁਹਾਡੀ ਸਾਰੀ ਜ਼ਿੰਦਗੀ ਬੇਕਾਰ ਗਈ, ਕਿਉਂਕਿ ਮੈਂ ਤਰਨਾ ਤੇ ਸਿੱਖਿਆ ਹੋਇਆ ਨਾ। ਮਲਾਹ ਕਹਿਣ ਲੱਗਾ, ਮੈਂ ਤੇ ਹੁਣ ਤਰ ਕੇ ਪਾਰ ਲੰਘ ਜਾਵਾਂਗਾ ਦਰਿਆ ਤੋਂ, ਪਰ ਤੂੰ ਹੁਣ ਇੱਥੇ ਵਿੱਚੇ ਗੋਤੇ ਖਾਏਂਗਾ। ਇਹ ਕੁਝ ਉਦਾਹਰਨਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਮਨੁੱਖ ਚਾਹੇ ਹੋਰ ਕਿੰਨੇ ਵੀ ਗ੍ਰੰਥ ਪੜ੍ਹ ਲਵੇ, ਭਾਸ਼ਾ ਸਿੱਖ ਲਵੇ, ਪਰ ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਸਿਮਰਨ ਨਹੀਂ ਨਾ ਕਰਦਾ ਤੇ ਉਹਨਾਂ ਚਿਰ ਮੁਕਤੀ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ। ਇਸੇ ਲਈ ਜੇ ਤਰਨ ਦੀ ਕਲਾ ਨਹੀਂ ਸਿੱਖੀ, ਸਾਰੀ ਜ਼ਿੰਦਗੀ ਬੇਕਾਰ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਵੇਂ ਮੈਂ ਮਨ ਕਰਕੇ ਮੂਰਖ ਹਾਂ, ਬਾਣੀ ਕਰਕੇ ਵੀ ਬੇਸਮਝ ਹਾਂ, ਤੇ ਤਨ ਕਰਕੇ ਵੀ ਅਗਿਆਨੀ ਹਾਂ, ਤੇ ਬੁੱਧੀ ਕਰਕੇ ਵੀ ਆਵਿਚਾਰੀ ਹਾਂ, ਵਿਚਾਰ ਤੋਂ ਸਖਣਾ ਹਾਂ, ਪਰ ਮੈਂ ਤੇਰੇ ਨਾਮ ਦੀ ਆਸ ਮਨ ਵਿੱਚ ਧਾਰਨ ਕੀਤੀ ਹੋਈ ਹੈ। ਜਪ ਤਪ ਸੰਜਮ ਕਰਮ ਨਾ ਸਾਦਾ, ਨਾਮ ਪ੍ਰਭੂ ਕਾ ਮਨੈ ਅਰਾਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਇਉਂ ਬੇਨਤੀ ਕਰਨੀ ਹੈ, ਜਪ ਤਪ ਸੰਜਮ ਕਰਮ ਨਾ ਸਾਦਾ। ਮੈਂ ਨਾ ਤੇ ਕੋਈ ਜਪ ਕੀਤਾ, ਕੋਈ ਖਾਸ ਜਿਵੇਂ ਕੋਈ ਮੰਤਰ ਦਾ ਜਾਪ ਕਰਦੇ ਨੇ, ਨਾ ਹੀ ਮੈਂ ਕੋਈ ਤਪ ਕੀਤਾ ਜਿਵੇਂ ਸਾਧੂ ਲੋਕ ਕੋਈ ਧੂਣੀਆਂ ਸੇਕਦਾ, ਕੋਈ ਜਲ ਤਾਰੀ ਕਰਦਾ ਸੀ, ਤੇ ਨਾ ਹੀ ਸੰਜੋ ਮੈਂ ਕੋਈ ਵਰਤ ਨਿਯਮ ਰੱਖਿਆ ਹੈ, ਤੇ ਨਾ ਹੀ ਕੋਈ ਮੈਂ ਹੋਰ ਕੋਈ ਕਰਮ ਕਾਂਡ ਦੇ ਅਨੁਸਾਰ, ਕੋਈ ਸ਼ਾਸਤਰੀ ਵਿਧੀ ਵਿਧਾਨ ਦੇ ਅਨੁਸਾਰ ਕੋਈ ਕਰਮ ਹੀ ਕੀਤਾ ਹੈ, ਕੋਈ ਤੀਰਥ ਵਰਤ ਇਸ਼ਨਾਨ ਦਾ। ਸਿਰਫ ਨਾਮ ਪ੍ਰਭੂ ਕਾ ਮਨ ਹੈ ਅਰਾਧਾ। ਮੈਂ ਤੇ ਆਪਣੇ ਮਨ ਦੇ ਵਿੱਚ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਅਰਾਧਿਆ ਹੈ। ਭਾਵ ਜਿੰਨੇ ਵੀ ਹੋਰ ਜਾਪ ਤਪ ਸੰਜਮ ਕੋਈ ਕਰਮ ਧਰਮ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਵਾਹਿਗੁਰੂ ਦਾ ਨਾਮ ਹੀ ਸ਼੍ਰੋਮਣੀ ਹੈ। ਸਭ ਕਰਮ ਧਰਮ ਹਰ ਨਾਮ ਜਪਾਹਾ। ਸਾਰੇ ਕਰਮਾਂ ਧਰਮਾਂ ਦਾ ਫਲ ਨਾਮ ਜਪਣ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਮੈਂ ਹੋਰ ਕੋਈ ਵੱਖਰੇ ਧਰਮ ਕਰਮ ਨਹੀਂ ਕੀਤੇ, ਸਿਰਫ ਵਾਹਿਗੁਰੂ ਦਾ ਨਾਮ ਹੀ ਮਨ ਵਿੱਚ ਅਰਾਧਿਆ ਹੈ। ਕਿਛੂ ਨ ਜਾਣਾ ਮਤ ਮੇਰੀ ਥੋਰੀ, ਬਿਨਵਤ ਨਾਨਕ ਓਟ ਪ੍ਰਭ ਤੋਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ ਬਿਨਵਤ ਨਾਨਕ, ਮੈਂ ਬੇਨਤੀ ਪੂਰਵਕ ਕਹਿ ਰਿਹਾ ਹਾਂ, ਤੁਹਾਡੇ ਚਰਨਾਂ ਵਿੱਚ ਅਰਜ਼ੋਈ ਕਰ ਰਿਹਾ ਹਾਂ, ਮਹਾਰਾਜ ਮੈਨੂੰ ਤਾਂ ਤੁਹਾਡੀ ਹੀ ਹੁਣ ਓਟ ਹੈ। ਕਿਛੂ ਨਾ ਜਾਣਾ ਮਤ ਮੇਰੀ ਥੋੜੀ, ਮੇਰੀ ਤਾਂ ਮਤ ਬੜੀ ਥੋੜੀ ਹੈ, ਮੈਂ ਤੇ ਬਿਲਕੁਲ ਨਾਦਾਨ ਹਾਂ, ਮੇਰੀ ਬੁੱਧੀ ਬੜੀ ਕਮਜ਼ੋਰ ਹੈ, ਮੈਂ ਤੇ ਅਲਪਗ ਜੀਵ ਹਾਂ, ਮੈਂ ਤੇ ਕੁਝ ਨਹੀਂ ਜਾਣਦਾ। ਬਸ ਇੱਕੋ ਹੀ ਗੱਲ ਹੈ, ਬਸ ਮੈਂ ਤੇ ਤੁਹਾਡੀ ਓਟ ਗ੍ਰਹਿਣ ਕਰ ਲਈ, ਇਹੀ ਸਭ ਤੋਂ ਵੱਡੀ ਚੀਜ਼ ਹੈ ਵੀ ਵਾਹਿਗੁਰੂ ਦਾ ਭਰੋਸਾ। ਤੇ ਜਦੋਂ ਵਾਹਿਗੁਰੂ ਦੀ ਓਟ ਪ੍ਰਾਪਤ ਹੋ ਜਾਵੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਨਿਓ, ਤੇ ਫਿਰ ਸਭ ਕੁਝ ਹੀ ਉਸ ਦਾ ਹੱਲ ਹੋ ਜਾਂਦਾ ਹੈ। ਆਸਾ ਮਹੱਲਾ ਪੰਜਵਾਂ। ਹਰਿ ਹਰਿ ਅੱਖਰ ਦੋਏ ਮਾਲਾ, ਜਪਤ ਜਪਤ ਪਏ ਦੀਨ ਦਿਆਲਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਮਾਲਾ ਦਾ ਪ੍ਰੇਮੀ ਆਇਆ ਹੈ, ਤੇ ਉਸਨੇ ਆ ਕੇ ਬੇਨਤੀ ਕੀਤੀ, ਮਹਾਰਾਜ ਬਈ ਤੁਸੀਂ ਦੱਸੋ ਮਾਲਾ ਫੇਰਨੀ ਚਾਹੀਦੀ ਹੈ ਕਿ ਨਹੀਂ ਫੇਰਨੀ ਚਾਹੀਦੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਮਾਲਾ ਫੇਰਨ ਦਾ ਮਤਲਬ ਤਾਂ ਹੈ ਵਾਹਿਗੁਰੂ ਦਾ ਨਾਮ ਜਪਣਾ, ਸਿਮਰਨ ਕਰਨਾ। ਜੇ ਤਾਂ ਤੁਸੀਂ ਮਾਲਾ ਦੀਆਂ ਗਿਣਤੀਆਂ ਹੀ ਕਰਨੀਆਂ ਨੇ
ਤੇ ਸਿਮਰਨ ਨਹੀਂ ਕਰਨਾ ਤੇ ਫਿਰ ਤੇ ਮਾਲਾ ਫੇਰਨ ਦਾ ਕੋਈ ਲਾਭ ਨਹੀਂ ਹੈ। ਤੇ ਜੇ ਤੁਸੀਂ ਸਿਮਰਨ ਨਾਲ ਕਰਦੇ ਹੋ ਤੇ ਫਿਰ ਤੁਸੀਂ ਠੀਕ ਹੈ, ਪਹਿਲਾਂ ਮਾਲਾ ਦੀ ਵਰਤੋਂ ਕਰੋ, ਮਾਲਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪੋ ਤੇ ਫਿਰ ਹੌਲੀ ਹੌਲੀ ਉਸ ਨਾਮ ਨੂੰ ਮਾਲਾ ਤੱਕ ਹੀ ਨਾ ਸੀਮਤ ਰੱਖੋ, ਮਾਲਾ ਤੋਂ ਬਿਨਾਂ ਵੀ ਜਪਣਾ ਸ਼ੁਰੂ ਕਰ ਦਿਓ। ਅਸਲੀ ਜਦੋਂ ਵਾਹਿਗੁਰੂ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸੇਗਾ, ਸਾਸ ਗਰਾਸ ਦੇ ਵਿੱਚ ਵਸੇਗਾ ਤੇ ਫਿਰ ਤੁਹਾਨੂੰ ਮਾਲਾ ਦੀ ਲੋੜ ਨਹੀਂ ਪਵੇਗੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਨਾਈ, ਮੋਕੋ ਦੇਹੋ ਹਰੇ ਹਰ ਜਪਣੀ ਰਹਾਓ। ਕਰੋ ਬੇਨਤੀ ਸਤਿਗੁਰ ਆਪਣੀ, ਬਈ ਮੈਂ ਤੇ ਸਤਿਗੁਰੂ ਦੇ ਪਾਸ ਆਪਣੀ ਬੇਨਤੀ ਕਰਦਾ ਹਾਂ। ਉਹ ਕਿਹੜੀ ਬੇਨਤੀ ਹੈ? ਕਰ ਕਿਰਪਾ ਰਾਖੋ ਸਰਨਾਈ, ਹੈ ਸਤਿਗੁਰੂ ਜੀ ਮੈਂ ਤੁਹਾਡਾ ਅਦਨਾ ਜਿਹਾ ਸੇਵਕ ਹਾਂ, ਕਿਰਪਾ ਕਰਕੇ ਤੁਸੀਂ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ। ਮੋਕੋ ਦੇਹੋ ਹਰੇ ਹਰ ਜਪਣੀ, ਤੇ ਤੁਸੀਂ ਮੈਨੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦੀ ਸਮਰੱਥਾ ਬਖਸ਼ਿਸ਼ ਕਰੋ। ਹਰੇ ਹਰ ਜਪਣੀ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦੀ ਸਮਰੱਥਾ ਬਖਸ਼ੋ। ਸਿਮਰਨ ਦੀ ਮਾਲਾ, ਜਾਪ ਸਿਮਰਨ ਦੀ ਮਾਲਾ ਮੈਨੂੰ ਬਖਸ਼ਿਸ਼ ਕਰ ਦਿਓ। ਹੁਣ ਆਮ ਤੌਰ ਤੇ ਦੇਖਣ ਵਿੱਚ ਇਹ ਆਉਂਦਾ ਹੈ, ਬਹੁਤ ਸਾਰੇ ਕਈ ਇਹੋ ਜਿਹੇ ਸਾਧੂ ਮਹਾਤਮਾ ਵੀ ਨੇ ਜਿਹੜੇ ਅਕਸਰ ਮਾਲਾ ਆਪ ਵੀ ਫੇਰਦੇ ਨੇ ਤੇ ਕਈ ਆਪਣੇ ਹੱਥਾਂ ਵਿੱਚ ਵੀ ਪਾਈ ਫਿਰਦੇ ਨੇ ਤੇ ਕਈ ਗਲਾਂ ਵਿੱਚ, ਕਈ ਸਿਰਾਂ ਤੇ ਵੀ ਬੰਨੀ ਫਿਰਦੇ ਨੇ। ਇਹ ਤੇ ਇੱਕ ਦਿਖਾਵਾ ਹੈ। ਜਿਹਨੇ ਵਾਹਿਗੁਰੂ ਦਾ ਨਾਮ ਜਪਣਾ ਹੈ ਉਹਨੂੰ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਇਸ ਲਈ ਜਿਹੜੀਆਂ ਹੱਥਾਂ ਵਿੱਚ ਮਾਲਾ ਪਾਈ ਫਿਰਨੀਆਂ ਤੇ ਜਾਂ ਗਲਾਂ ਦੇ ਵਿੱਚ ਲਟਕਾਈ ਫਿਰਨੀਆਂ ਜਾਂ ਸਿਰਾਂ ਤੇ ਮਾਲਾ ਬੰਨਣੀਆਂ, ਇਹ ਤੇ ਇੱਕ ਦਿਖਾਵਾ ਹੀ ਹੈ, ਇਸ ਤੋਂ ਬਿਨਾਂ ਹੋਰ ਤੇ ਕੁਝ ਨਹੀਂ ਹੈ। ਹਾਂ, ਜੇ ਤੁਸੀਂ ਸਿਮਰਨ ਕਰਨਾ ਹੈ ਤੇ ਤੁਸੀਂ ਠੀਕ ਹੈ, ਕੋਈ ਨਿਯਮ ਧਾਰਨ ਕੀਤਾ ਹੈ, ਮਾਲਾ ਸਿਰਫ ਤੁਹਾਨੂੰ ਗਿਣਤੀ ਦੱਸਦੀ, ਹੋਰ ਮਾਲਾ ਦਾ ਹੋਰ ਕੋਈ ਉਹਦਾ ਫਲ ਨਹੀਂ, ਕੋਈ ਉਹਦਾ ਮਹਾਤਮ ਨਹੀਂ। ਸਿਰਫ ਗਿਣਤੀ ਵੀ ਇੰਨਾ ਅਸੀਂ ਨਾਮ ਜਪ ਲਿਆ, ਮਾਲਾ ਤੇ ਇੰਨਾ ਹੀ ਕੰਮ ਕਰਦੀ ਹੈ। ਜੇ ਤੁਸੀਂ ਮਾਲਾ ਤੋਂ ਬਿਨਾਂ ਉਂਝ ਵੀ ਨਾਮ ਜਪ ਲਵੋ ਤੇ ਉਹਦਾ ਤੁਹਾਨੂੰ ਫਲ ਵੀ ਅਵਸ਼ ਮਿਲੇਗਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਬਾਹਰਲੀ ਮਾਲਾ ਦੀ ਥਾਂ ਤੇ ਇੱਥੇ ਵਾਹਿਗੁਰੂ ਦੇ ਸਿਮਰਨ ਦੀ ਮਾਲਾ ਦੀ ਮਹਾਨਤਾ ਦਰਸਾ ਰਹੇ ਹਨ। ਹਰੇ ਹਰੇ ਅੱਖਰ ਦੋਇ ਇਹ ਮਾਲਾ, ਜਪਤ ਜਪਤ ਭਏ ਦੀਨ ਦਿਆਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹਰ ਹਰ ਅੱਖਰ, ਜਿਹੜੇ ਹਰੀ ਹਰੀ ਨਾਮ ਦੇ 2 ਅੱਖਰ ਨੇ ਨਾ, ਇਹੀ ਸਾਡੀ ਤੇ ਮਾਲਾ ਹੈ। ਭਾਵ ਸਾਡੀ ਰਸਨਾ ਤੇ ਹਰ ਵੇਲੇ ਵੀ ਹਰੀ ਹਰੀ ਨਾਮ ਉਚਾਰਨ ਹੁੰਦਾ ਹੈ। ਇਹ 2 ਅੱਖਰ ਹੀ ਸਾਡੀ ਤੇ ਮਾਲਾ ਬਣ ਗਏ ਨੇ। ਕਈ ਉੱਨ ਦੀ ਮਾਲਾ ਫੇਰਦੇ ਨੇ ਤੇ ਕੋਈ ਕਾਠ ਦੀ ਮਾਲਾ ਫੇਰਦੇ ਨੇ ਤੇ ਕਈ ਜਿਹੜੇ ਉਹ ਕਹਿੰਦੇ ਲੋਹੇ ਦੀ ਮਾਲਾ ਵੀ ਫੇਰਦੇ ਹੈ, ਕੋਈ ਪੱਥਰ ਦੇ ਮਣਕਿਆਂ ਦੀ ਮਾਲਾ ਵੀ ਫੇਰਦੇ ਨੇ। ਇਹ ਸਭ ਦਾ ਆਪੋ ਆਪਣਾ ਸੁਭਾਵ ਹੈ। ਮੁਸਲਮਾਨਾਂ ਦੇ ਵਿੱਚ ਵੀ ਤਸਬੀਹ ਫੇਰਨ ਦਾ ਰਿਵਾਜ਼ ਹੈ। ਹਿੰਦੂ ਸਾਧੂ ਰੁਦਰਾਖ ਦੀ ਮਾਲਾ ਫੇਰਦੇ ਨੇ ਤੇ ਹੋਰ ਵੀ ਕਈ ਸਾਧੂ ਆਪੋ ਆਪਣੇ ਢੰਗ ਦੇ ਨਾਲ ਮਾਲਾ ਫੇਰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜਦੋਂ ਕੋਈ ਬੱਚਾ ਛੋਟਾ ਹੁੰਦਾ ਹੈ ਨਾ ਤੇ ਉਹਨੂੰ ਤੁਰਨ ਵਾਸਤੇ ਕੋਈ ਨਾ ਕੋਈ ਗਡੀਰੇ ਦੀ ਲੋੜ ਹੁੰਦੀ ਹੈ ਤੇ ਜਦੋਂ ਬੱਚਾ ਤੁਰਨਾ ਸਿੱਖ ਜਾਂਦਾ ਹੈ ਫਿਰ ਉਹ ਗਡੀਰੇ ਨੂੰ ਛੱਡ ਦਿੰਦਾ ਹੈ, ਫਿਰ ਆਪਣੇ ਆਪ ਚੱਲਣਾ ਸ਼ੁਰੂ ਕਰ ਦਿੰਦਾ ਹੈ। ਇਹ ਮਾਲਾ ਪਹਿਲਾ ਸਾਧਨ ਹੈ ਨਾਮ ਜਪਣ ਦਾ। ਤੁਸੀਂ ਪਹਿਲਾਂ ਮਾਲਾ ਜ਼ਰੂਰ ਫੇਰੋ। ਉਹ ਸਿਰਫ ਗਿਣਤੀ ਵਾਸਤੇ ਵੀ, ਉਸ ਪਾਸੇ ਲੱਗਣ ਵਾਸਤੇ ਇਹ ਸਾਡੀ ਸਹਾਇਕ ਹੁੰਦੀ ਹੈ। ਪਰ ਜਦੋਂ ਤੁਸੀਂ ਸਿਮਰਨ ਕਰਨ ਲੱਗ ਪਏ, ਤੁਹਾਡਾ ਮਨ ਜੁੜਨ ਲੱਗ ਪਿਆ, ਫਿਰ ਮਾਲਾ ਦੀ ਲੋੜ ਨਹੀਂ ਰਹਿੰਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹਰ ਹਰ ਅੱਖਰ ਦੋਏ ਇਹ ਮਾਲਾ। ਹਰੀ ਨਾਮ ਦੇ 2 ਅੱਖਰ ਨੇ। ਇਸੇ ਤਰ੍ਹਾਂ ਜੋ ਗੁਰਮਤਿ ਦਾ ਨਾਮ ਹੈ ਉਹ ਹੈ ਵਾਹਿਗੁਰੂ ਮੰਤਰ, ਤੇ ਜਿਹੜਾ ਹਰ ਸ਼ਬਦ ਦਾ ਹਾਹਾ ਉਹਦੇ ਵਿੱਚ ਆਉਂਦਾ। ਇੱਕ ਤਾਂ ਹੋ ਗਿਆ ਵਾਹੇ ਸ਼ਬਦ, 2 ਅੱਖਰ ਇਹ ਹੋ ਗਏ, ਤੇ ਦੂਸਰਾ ਹੋ ਗਿਆ ਗੁਰੂ ਸ਼ਬਦ। ਹਰ ਹਰ ਦੇ ਵੀ 4 ਅੱਖਰ ਬਣ ਗਏ ਨੇ ਨਾ, ਹਰ ਹਰ ਅੱਖਰ ਦੋਏ ਇਹ ਮਾਲਾ। ਪਰ ਸਤਿਗੁਰੂ ਨੇ ਆਖਿਆ ਵੀ ਜਿਹੜੇ ਹਰੀ ਨਾਮ ਦੇ 2 ਅੱਖਰ ਨੇ ਇਹੀ ਸਾਡੀ ਮਾਲਾ ਹੈ। ਭਾਵ ਹਰ ਵੇਲੇ ਅਸੀਂ ਆਪਣੀ ਰਸਨਾ ਤੋਂ ਹਰੀ ਹਰੀ ਨਾਮ ਜਪਦੇ ਹਾਂ। ਪਰ ਇੱਥੇ ਮਹਾਂਪੁਰਖ ਇੱਕ ਇਹ ਵੀ ਵਿਚਾਰ ਦੱਸਦੇ ਸਨ, ਜਿੱਥੇ ਨਾਮ ਜਪਣ ਦੀ ਪ੍ਰੇਰਣਾ ਮਿਲਦੀ ਗੁਰਬਾਣੀ ਵਿੱਚ, ਉੱਥੇ ਆਪਾਂ ਗੁਰਮੰਤਰ ਨੂੰ ਹੀ ਗ੍ਰਹਿਣ ਕਰਨਾ ਹੈ। ਇਹ ਇੱਕ ਸੰਕੇਤੀ ਅਰਥ
ਮਹਾਂਪੁਰਖ ਦੱਸਦੇ ਸਨ। ਹੁਣ ਇੱਥੇ ਸਿਮਰਨ ਦੀ ਗੱਲ ਹੈ ਵੀ ਹੁਣ ਗੁਰਸਿੱਖਾਂ ਦੇ ਲਈ ਸਤਿਗੁਰੂ ਦਾ ਹੁਕਮ ਹੈ, ਜੋ ਗੁਰੂ ਨੇ ਤੁਹਾਨੂੰ ਨਾਮ ਦਿੱਤਾ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਪਰ ਉਹ ਹੈ ਵਾਹਿਗੁਰੂ ਨਾਮ। ਇੱਥੇ ਇਸ ਲਈ ਹੋਰ ਕਿਸੇ ਨਾਮ ਦੇ ਵੱਲ ਨਹੀਂ ਲੱਗਣਾ। ਹਰ ਹਰ ਅੱਖਰ ਦੋਏ ਇਹ ਮਾਲਾ, ਜਿਹੜਾ ਵਾਹਿਗੁਰੂ ਨਾਮ ਹੈ, ਜਿਸ ਦੇ ਵਾਹੇ 2 ਅੱਖਰ ਇਹ ਨੇ, 2 ਅੱਖਰ ਗੁਰੂ ਦੇ ਨੇ। ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜੋ 2 ਅੱਖਰਾਂ ਦਾ ਨਾਮ ਜਪਣਾ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇਹਨੂੰ ਮਾਲਾ ਬਣਾਓ। ਤੇ ਅਸੀਂ ਇਹ ਜਿਹੜੇ ਵਾਹਿਗੁਰੂ ਨਾਮ ਦੇ 2-2 ਅੱਖਰ ਨੇ, ਇਹਨਾਂ ਨੂੰ ਮਾਲਾ ਬਣਾਇਆ ਹੈ। ਜਦੋਂ ਅਸੀਂ ਅੰਦਰ ਨੂੰ ਸਵਾਸ ਜਾਂਦਾ ਵਾਹੇ ਕਹਿੰਦੇ ਹਾਂ, ਤੇ ਜਦੋਂ ਬਾਹਰ ਨੂੰ ਆਉਂਦਾ ਗੁਰੂ ਕਹਿੰਦੇ ਹਾਂ। ਇਹ ਸਾਡੀ ਮਾਲਾ ਬਣ ਗਈ। ਅੰਦਰ ਨੂੰ ਸਵਾਸ ਜਾਂਦਾ ਵਾਹੇ, ਬਾਹਰ ਨੂੰ ਸਵਾਸ ਆਉਂਦਾ ਅਸੀਂ ਗੁਰੂ ਆਖਦੇ ਹਾਂ। ਇਉਂ ਹਰ ਹਰ ਅੱਖਰ ਦੋਏ ਇਹ ਮਾਲਾ, ਵੀ ਇਹ ਜਿਹੜੇ ਵਾਹਿਗੁਰੂ ਨਾਮ ਦੇ 2 ਅੱਖਰ ਨੇ, ਅਸੀਂ ਇਹਨਾਂ ਨੂੰ ਮਾਲਾ ਬਣਾ ਲਿਆ ਹੈ। ਜਪਤ ਜਪਤ ਪੈ ਦੀਨ ਦਇਆਲਾ, ਵੀ ਜਪਦਿਆਂ ਜਪਦਿਆਂ ਹੁਣ ਵੀ ਦੀਨਾਂ ਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਗਏ ਨੇ, ਸਾਡੇ ਤੇ ਮਿਹਰਬਾਨ ਹੋ ਗਏ ਨੇ। ਜਿਹੜਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ, ਤੇ ਫਿਰ ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਹੈ। ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਸਤਿਗੁਰੂ ਦੇ ਪਾਸ ਆਪਣੀ ਬੇਨਤੀ ਕਰਦੇ ਹਾਂ, ਹੇ ਸਤਿਗੁਰੂ ਜੀ ਕਿਰਪਾ ਕਰੋ, ਤੁਸੀਂ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ, ਤੇ ਨਾਲ ਹੀ ਮੈਨੂੰ ਵੀ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਦੀ ਮਾਲਾ ਬਖਸ਼ਿਸ਼ ਕਰ ਦਿਓ। ਮੈਂ ਕੋਈ ਉੱਨ ਦੀ ਜਾਂ ਕਾਠ ਦੀ ਮਾਲਾ ਨਹੀਂ ਮੰਗਦਾ, ਬਸ ਸਵਾਸ ਗ੍ਰਾਸ ਤੁਹਾਡਾ ਸਿਮਰਨ ਕਰਾਂ। ਇਸ ਸਿਮਰਨ ਦੀ ਮਾਲਾ ਮੈਨੂੰ ਬਖਸ਼ਿਸ਼ ਕਰ ਦਿਓ। ਹਰ ਮਹਲਾ ਉਰ ਅੰਤਰ ਧਾਰੈ, ਜਨਮ ਮਰਨ ਕਾ ਦੁਖ ਨਿਵਾਰੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਹਰ ਮਾਲਾ ਜੋ ਵਾਹਿਗੁਰੂ ਦੇ ਨਾਮ ਦੀ ਮਾਲਾ ਨੂੰ, ਸਿਮਰਨ ਦੀ ਮਾਲਾ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ, ਤੇ ਫਿਰ ਇਹ ਮਾਲਾ, ਇਹ ਸਿਮਰਨ ਦੀ ਮਾਲਾ ਜਨਮ ਮਰਨ ਕਾ ਦੁੱਖ ਨਿਵਾਰੈ, ਇਹ ਜਨਮ ਮਰਨ ਦਾ ਦੁੱਖ ਵੀ ਦੂਰ ਕਰ ਦਿੰਦੀ ਹੈ। ਹਿਰਦੈ ਸੰਭਾਲੈ ਮੁਖ ਹਰ ਹਰ ਬੋਲੇ, ਸੋ ਜਨ ਇਤਿ ਉਤਕਤ ਹੈ ਨਾ ਡੋਲੇ। ਲੋ ਸਿਮਰਨ ਦੀ ਮਾਲਾ ਦਾ ਰੂਪ ਕੀ ਹੈ? ਲੋ ਹਜ਼ੂਰ ਕਹਿੰਦੇ ਨੇ ਹਿਰਦੈ ਸੰਭਾਲੈ। ਇੱਕ ਤਾਂ ਗੁਰਸਿੱਖ ਨੂੰ ਆਪਣੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਤੇ ਦੂਸਰੀ ਗੱਲ ਮੁਖ ਹਰ ਹਰ ਬੋਲੇ, ਤੇ ਆਪਣੇ ਮੁਖੋਂ ਵੀ ਵਾਹਿਗੁਰੂ ਵਾਹਿਗੁਰੂ ਬੋਲੇ। ਇਹਦਾ ਮਤਲਬ ਇਹ ਹੈ ਮਾਲਾ ਹੀ ਨਾ ਫੇਰੀ ਜਾਵੇ, ਜਾਂ ਮਾਲਾ ਦੀਆਂ ਗਿਣਤੀਆਂ ਹੀ ਨਾ ਕਰੀ ਜਾਵੇ। ਹਿਰਦੇ ਵਿੱਚ ਵੀ ਸਿਮਰਨ ਕਰੇ ਤੇ ਮੁਖੋਂ ਵੀ ਵਾਹਿਗੁਰੂ ਵਾਹਿਗੁਰੂ ਜਪੇ, ਤੇ ਫਿਰ ਉਹਦਾ ਸਿਮਰਨ ਕੀਤਾ ਪ੍ਰਵਾਨ ਹੈ। ਸੋ ਜਨ ਏਤੁਤ ਕਤ ਹੈ ਨਾ ਡੁੱਲੇ। ਉਹ ਜਨ ਗੁਰਸਿੱਖ ਮਾਈ ਭਾਈ ਜਿਹਦੇ ਹਿਰਦੇ ਵਿੱਚ ਵੀ ਨਾਮ ਹੈ, ਜਿਹਦੀ ਰਸਨਾ ਤੇ ਵੀ ਵਾਹਿਗੁਰੂ ਦਾ ਨਾਮ ਵਸ ਗਿਆ, ਉਹ ਇੱਥੇ ਉੱਥੇ ਲੋਕ ਪ੍ਰਲੋਕ ਵਿੱਚ ਕਦੇ ਵੀ ਨਹੀਂ ਡੋਲਦਾ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਗ ਜਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਰਚ ਗਿਆ, ਯਾਦ ਰੱਖੋ, ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਤਦਾਕਾਰ ਹੋ ਗਿਆ, ਭਾਵ ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਰਚ ਮਿਚ ਗਿਆ, ਹਰ ਮਾਲਾ ਤਾਂ ਕੈ ਸੰਗ ਜਾਏ। ਜਿਹੜੀ ਵਾਹਿਗੁਰੂ ਦੇ ਨਾਮ ਦੀ ਸਿਮਰਨ ਦੀ ਮਾਲਾ ਹੈ, ਫਿਰ ਉਹਦੇ ਨਾਲ ਅੱਗੇ ਵੀ ਜਾਵੇਗੀ। ਦੂਜੀ ਮਾਲਾ ਤਾਂ ਇੱਥੇ ਰਹਿ ਜਾਣੀ ਹੈ, ਪਰ ਜਿਹੜੀ ਸਵਾਸ ਗ੍ਰਹਿ ਸਿਮਰਨ ਦੀ ਮਾਲਾ ਹੈ, ਉਹ ਅੱਗੇ ਵੀ ਸਾਡੇ ਨਾਲ ਜਾਂਦੀ ਹੈ। ਆਸਾ ਮਹੱਲਾ ਪੰਜਵਾਂ, ਜਿਸ ਕਾ ਸਭ ਕੀ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਏ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਜਿਹੜੇ ਅਸਲੀ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਨੇ, ਦਾਸ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਹਦੇ ਬਾਰੇ ਚਾਨਣਾ ਪਾਉਂਦੇ ਨੇ। ਹਰ ਕਾ ਸੇਵਕ ਸਦਹੀ ਮੁਕਤਾ, ਜੋ ਕੁਛ ਕਰੈ ਸੋਈ ਪਲ ਜਨ ਕੈ, ਅਤ ਨਿਰਮਲ ਦਾਸ ਕੀ ਜੁਗਤਾ। ਰਹਾਉ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਦਾਸ ਦੀ ਜੁਗਤ ਜੀਵਨ ਜਾਚ ਬਹੁਤ ਨਿਰਮਲ ਹੁੰਦੀ ਹੈ। ਕਿਉਂ? ਜੋ ਕੁਛ ਕਰੈ ਸੋਈ ਪਲ ਜਨ ਕੈ, ਬਈ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ, ਔਰ ਉਹ ਆਪਣੇ ਸੇਵਕ ਦੇ ਭਲੇ ਦੀ ਖਾਤਰ ਕਰਦਾ ਹੈ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਸੇਵਕ ਉਹਦੀ ਰਜ਼ਾ ਨੂੰ ਮੰਨਦਾ ਹੈ, ਉਹਦੇ ਭਾਣੇ ਵਿੱਚ ਪ੍ਰਸੰਨ ਰਹਿੰਦਾ ਹੈ। ਹਰ ਕਾ ਸੇਵਕ ਸਦਹੀ ਮੁਕਤਾ। ਤੇ ਜਿਹੜਾ ਇਹੋ ਜਿਹਾ ਵਾਹਿਗੁਰੂ ਦਾ ਸੇਵਕ ਹੈ, ਜਿਹੜਾ ਹਰ ਵੇਲੇ ਉਸ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਦਾ ਹੈ,
ਉਹ ਹਮੇਸ਼ਾ ਲਈ ਮੁਕਤ ਹੈ। ਉਹਨੂੰ ਕੋਈ ਬੰਧਨ ਨਹੀਂ ਜਕੜ ਸਕਦੇ ਤੇ ਨਾ ਹੀ ਕੋਈ ਉਸ ਨੂੰ ਹੋਰ ਕੋਈ ਮੋਹ ਮਾਇਆ ਦੀ ਪਕੜ ਹੋ ਸਕਦੀ ਹੈ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਕਾ ਸਭ ਕੇ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਏ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਸੇਵਕ ਨੂੰ ਕੀ ਕਰਨਾ ਚਾਹੀਦਾ ਹੈ? ਜਿਸ ਕਾ ਸਭ ਕਿਛ, ਜਿਸ ਦਾ ਸਭ ਕੁਝ ਹੈ, ਭਾਵ ਜੋ ਵੀ ਕੁਝ ਸੰਸਾਰ ਦੇ ਵਿੱਚ ਹੈ ਜਾਂ ਸਾਡੇ ਕੋਲ ਹੈ, ਸਭ ਉਸ ਵਾਹਿਗੁਰੂ ਪਰਮੇਸ਼ਰ ਦਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਸਾਡਾ ਆਪਣਾ ਕੁਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਜਿਸ ਦਾ ਸਭ ਕੁਛ ਹੈ ਤਿਸ ਕਾ ਹੋਏ ਵੀ ਇਹ ਵੀ ਉਹਦਾ ਹੀ ਬਣ ਜਾਵੇ। ਭਾਵ ਜਿਸ ਵਾਹਿਗੁਰੂ ਨੇ ਸਭ ਕੁਝ ਮਨੁੱਖ ਨੂੰ ਦਿੱਤਾ ਹੈ ਵੀ ਮਨੁੱਖ ਵੀ ਉਹਦਾ ਹੀ ਬਣ ਜਾਵੇ। ਭਾਵ ਤਨ ਮਨ ਧਨ ਸਾਰਾ ਉਹਨੂੰ ਭੇਟ ਕਰ ਦੇਵੇ। ਤਿਸ ਜਨ ਲੇਪ ਨਾ ਵਿਆਪੈ ਕੋਈ। ਫਿਰ ਉਸ ਜਨ ਗੁਰਮੁਖ ਪਿਆਰੇ ਨੂੰ ਮਾਇਆ ਦਾ ਮੋਹ ਮਾਇਆ ਦਾ ਕੋਈ ਲੇਪ ਸ਼ੇਪ ਨਹੀਂ ਲੱਗ ਸਕਦਾ। ਹਰ ਕਾ ਸੇਵਕ ਸਦ ਹੀ ਮੁਕਤਾ, ਜੋ ਕਿਛ ਕਰੈ ਸੋਈ ਭਲ ਜਨ ਕੈ, ਅਤ ਨਿਰਮਲ ਦਾਸ ਕੀ ਜੁਗਤਾ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਦਾਸ ਦੀ ਜਿਹੜੀ ਜੁਗਤ ਹੈ ਜੀਵਨ ਜੁਗਤ ਤੋਂ ਬੜੀ ਪਵਿੱਤਰ ਹੁੰਦੀ ਹੈ। ਕਿਉਂ? ਉਹ ਹਮੇਸ਼ਾ ਵਾਹਿਗੁਰੂ ਦੇ ਭਾਣੇ ਵਿੱਚ ਚੱਲਦਾ ਹੈ। ਉਹ ਇਹ ਸਮਝਦਾ ਹੈ ਜੋ ਕੁਛ ਕਰੈ ਸੋਈ ਭਲ ਜਨ ਕੈ। ਉਹ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਉਹ ਆਪਣੇ ਜਨ ਦਾਸ ਦੇ ਭਲੇ ਦੀ ਖਾਤਰ ਕਰਦਾ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦੀ ਖਾਤਰ ਜੋ ਵੀ ਕੰਮ ਕਰਦੇ ਨੇ ਉਹਨਾਂ ਦੇ ਭਲੇ ਵਾਸਤੇ ਕਰਦੇ ਨੇ, ਵੀ ਬੱਚੇ ਵੀ ਪੜ੍ਹ ਜਾਣ, ਸਿਆਣੇ ਬਣ ਜਾਣ। ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਬਾਰੇ ਮਾੜਾ ਨਹੀਂ ਸੋਚਦੇ। ਇਹੀ ਭਾਵਨਾ ਸਾਨੂੰ ਉਸ ਅਕਾਲ ਪੁਰਖ ਤੇ ਕਰਨੀ ਚਾਹੀਦੀ ਹੈ ਬਈ ਉਹ ਸਾਡੇ ਭਲੇ ਦੀ ਖਾਤਰ ਕਰਦਾ ਜੋ ਵੀ ਕਰਦਾ। ਹਰ ਕਾ ਸੇਵਕ ਸਦ ਹੀ ਮੁਕਤਾ। ਇਸੇ ਲਈ ਫਿਰ ਵਾਹਿਗੁਰੂ ਦਾ ਸੇਵਕ ਵਾਹਿਗੁਰੂ ਦੇ ਭਾਣੇ ਵਿੱਚ ਚੱਲ ਕੇ ਤੇ ਮੋਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਸਗਲ ਤਿਆਗ ਹਰ ਸਰਣੀ ਆਇਆ, ਤਿਸ ਜਨ ਕਹਾਂ ਵਿਆਪੈ ਮਾਇਆ। ਲੋ ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ ਜਿਹੜਾ ਸਭ ਕੁਝ ਛੱਡ ਕੇ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਯਸ਼ ਗੋਬਿੰਦ ਦਾਸ ਤੁਹਾਰ। ਜਿਹੜਾ ਸਭ ਕੁਝ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ, ਤਿਸ ਜਨ ਕਹਾਂ ਵਿਆਪੈ ਮਾਇਆ। ਫਿਰ ਉਸ ਜਨ ਗੁਰਮੁਖ ਪਿਆਰੇ ਨੂੰ ਮਾਇਆ ਕਿੱਥੇ ਵਿਆਪ ਸਕਦੀ ਹੈ? ਭਾਵ ਨਹੀਂ ਵਿਆਪ ਸਕਦੀ। ਜਿਹੜਾ ਪੂਰਨ ਤੌਰ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ, ਮਾਇਆ ਉਹਦੀ ਹੀ ਸ਼ਕਤੀ ਹੈ। ਤੇ ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਫਿਰ ਇਹ ਮਾਇਆ ਦਾਸੀ ਬਣ ਕੇ ਉਹਨਾਂ ਦੀ ਸੇਵਾ ਕਰਦੀ ਹੈ। ਨਾਮ ਨਿਧਾਨ ਜਾ ਕੇ ਮਨ ਮਾਹੇ, ਤਿਸ ਕੋ ਚਿੰਤਾ ਸੁਪਨੈ ਨਾਹੇ। ਲੋ ਹਜ਼ੂਰ ਕਹਿੰਦੇ ਨੇ, ਗੁਰਮੁਖੋ ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਵਸ ਗਿਆ ਹੈ, ਤਿਸ ਕੋ ਚਿੰਤਾ ਸੁਪਨਾ ਨਾਹੀ। ਤੇ ਫਿਰ ਉਹਨੂੰ ਸੁਪਨੇ ਦੇ ਵਿੱਚ ਵੀ ਕਦੇ ਕੋਈ ਚਿੰਤਾ ਨਹੀਂ ਹੁੰਦੀ, ਕਦੇ ਕੋਈ ਸੋਚ ਨਹੀਂ ਫੁਰਦੀ, ਕਦੇ ਕੋਈ ਮਨ ਦੇ ਵਿੱਚ ਫਿਕਰ ਨਹੀਂ ਪੈਦਾ ਹੁੰਦਾ। ਕਹੋ ਨਾਨਕ ਗੁਰ ਪੂਰਾ ਪਾਇਆ, ਭਰਮ ਮੋਹ ਸਗਲ ਬਿਨਸਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਤੇ ਪੂਰਾ ਗੁਰੂ ਪ੍ਰਾਪਤ ਕੀਤਾ ਹੈ, ਜਿਸ ਨੇ ਕਿਰਪਾ ਕੀਤੀ। ਭਰਮ ਮੋਹ ਸਗਲ ਬਿਨਸਾਇਆ। ਸਾਡਾ ਭਰਮ ਵੀ ਮੋਹ ਵੀ ਸਾਰਾ ਨਾਸ਼ ਕਰ ਦਿੱਤਾ ਹੈ। ਭਾਵ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਭਰਮ ਤੇ ਮੋਹ ਦੀ ਨਿਵਰਤੀ ਹੁੰਦੀ ਹੈ। ਨਹੀਂ ਤੇ ਸਾਰਾ ਸੰਸਾਰ ਹੀ ਭਰਮ ਤੇ ਮੋਹ ਦੀ ਨੀਂਦ ਵਿੱਚ ਕੂਕ ਸੁੱਤਾ ਪਿਆ ਹੈ। ਕੋਈ ਇਸ ਨੂੰ ਹੋਸ਼ ਨਹੀਂ ਹੈ। ਜਿਨ੍ਹਾਂ ਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ ਤੇ ਫਿਰ ਉਹੀ ਭਾਈ ਗਿਆਨ ਦੀ ਅਵਸਥਾ ਵਿੱਚ ਜਾਗਦੇ ਨੇ ਤੇ ਹਮੇਸ਼ਾ ਲਈ ਸਿਮਰਨ ਕਰਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਹੋ ਨਾਨਕ ਗੁਰ ਪੂਰਾ ਪਾਇਆ, ਭਰਮ ਮੋਹ ਸਗਲ ਬਿਨਸਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।